ਪੈਸੇ ਬਣ ਜਾਂਦੇ ਤੁਹਾਡੇ ਨਾਲ? ਜੀ ਇਹ ਡਿਪੈਂਡ ਕਰਦਾ ਜੀ ਆਪਣੇ ਤੇ। ਜੇ ਆਪਾਂ ਜ਼ੋਰ ਲਾ ਕੇ ਮਿਹਨਤ ਕਰੀਏ ਜੀ ਤੇ ਹਫਤੇ ਦਾ 1600 ਤੋਂ ਉੱਤੇ ਆਉਂਦਾ ਜੀ। ਤੇ ਜਿੰਦਾ ਸਾਰਾ ਟੋਟਲ ਐਕਸਟੈਂਡ ਕੱਢ ਕੇ ਜੇ ਆਪਾਂ ਲਾਈਏ ਹਿਸਾਬ ਕਿਤਾਬ ਦੇ 1000 ਤੇ 1100 ਦੇ ਆਪਾਂ ਨੂੰ ਆ ਜਾਂਦਾ ਜੀ। ਕਹਾਵਤ ਹੈ ਜੀ, ਕਹਿੰਦੇ ਨੇ ਕੋਠੇ ਚੜ੍ਹ ਕੇ ਦੇਖ ਫਕੀਰਾ ਕਰ ਕਰ ਲੱਗੀ ਅੱਗ, ਤੂੰ ਸੋਚੇ ਤੇ ਮੈਂ ਹੀ ਦੁਖੀ ਹਾਂ, ਇੱਥੇ ਦੁਖੀ ਹੈ ਸਾਰਾ ਜੱਗ। ਜਿਹੜਾ ਬੱਚਾ ਛੋਟੀ ਉਮਰ ਇੱਥੇ ਆ ਰਿਹਾ ਹੈ, ਮੈਂ ਕਹਿੰਦਾ ਇੱਕ ਪਾਸੇ ਉਹ ਸਹੀ, ਇੱਕ ਪਾਸੇ ਗਲਤ ਵੀ ਹੈਗਾ। ਛੋਟੀ ਉਮਰ ਜਿੱਥੇ ਹੈ ਕਿ ਕਈ ਵਾਰੀ ਬੰਦੇ ਨਹੀਂ ਪਤਾ ਹੁੰਦਾ, ਪਰ ਜੇ ਛੋਟੀ ਉਮਰ ਇੱਥੇ ਆ ਗਿਆ, ਜੇ ਆਪਣਾ ਉਹ ਮਿਹਨਤ ਕਰਦੇ ਕਰਦੇ ਅੱਗੇ ਲੰਘ ਗਿਆ ਜੀ, ਉਹ ਬਹੁਤ ਕੁਝ ਹੋ ਜਾਂਦਾ ਜੀ। ਮੈਂ 19 ਸਾਲ ਦਾ ਹੁੰਦਾ ਸੀ ਜਦੋਂ ਮੈਂ ਇੱਥੇ ਆ ਗਿਆ। ਆਈਲ ਸੇ ਕਿ ਮੈਂ ਨਹੀਂ ਕਹਿ ਸਕਦਾ ਕਿ ਉੱਥੇ ਓਪਰਚੁਨਿਟੀਜ਼ ਨਹੀਂ ਹੈਗੀਆਂ, ਕਿਉਂਕਿ ਮੈਂ ਹਲੇ ਉੱਥੇ ਓਪਰਚੁਨਿਟੀਜ਼ ਕਦੀ ਡਿਸਕਵਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰੀ। ਮੈਂ ਸਟੇਟਵੇ ਮੈਂ ਅੱਜ ਆਈ ਵਾਸ ਜਸਟ ਅ ਟੀਨੇਜਰ, ਮੈਂ ਇੱਥੇ ਆ ਗਿਆ ਤੇ ਮੈਂ ਆਪਣੀ ਓਪਰਚੁਨਿਟੀਜ਼ ਉੱਥੇ ਡਿਸਕਵਰ ਹੀ ਨਹੀਂ ਕਰੀਆਂ। ਤੇ ਮੈਂ ਆ ਕੇ ਇਹ ਕਹਾਂ ਕਿ ਉੱਥੇ ਓਪਰਚੁਨਿਟੀਜ਼ ਨਹੀਂ ਹੈਗੀਆਂ, ਇਹ ਗਲਤ ਹੈ। ਕਿ ਆਪਾਂ ਨਾ ਮਤਲਬ $1000-2000 ਬਚਾ ਕੇ ਨਾ ਆਪਾਂ ਕਹਿੰਦੇ ਕਿ ਬ్రో ਆਪਾਂ ਇੰਡੀਆ ਦਾ ਹਿਸਾਬ, ਆਪਾਂ ਇੰਡੀਆ ਦੇ ਹਿਸਾਬ ਨਾਲ ਕਮਾ ਰਹੇ ਹਾਂ ਬ్రో, ਹੈ ਨਾ। ਆਪਾਂ ਇੱਥੇ ਦੇ ਹਿਸਾਬ ਨਾਲ ਘੱਟ ਹੀ ਕਮਾ ਰਹੇ ਹਾਂ, ਹੈ ਨਾ। ਤੇ $1000-2000 ਬਹੁਤ ਨਹੀਂ ਹੁੰਦਾ ਹੈ। ਆਪਾਂ ਇੱਥੇ ਇਹੋ ਜਿਹੇ ਵੀ ਬੰਦੇ ਦੇਖੇ ਆ ਜਿਹੜਾ ਰਾਤ ਦਾ $1000-2000 ਲਾ ਦਿੰਦੇ ਨੇ ਹੈ। ਤੇ ਜੇ ਦੇਖਿਆ ਜਾਵੇ ਜਿਵੇਂ ਘਰੇ ਹੁੰਦੇ ਹੋ, ਬੇਟਾ ਕੰਮ ਤੇ ਚਲੇ ਜਾਂਦਾ ਆਉਂਦਾ, ਉਦੋਂ ਫਿਰ ਕਿੱਦਾਂ ਦਾ ਫੀਲ ਹੁੰਦਾ? ਉਦੋਂ ਵੀ ਹਿੰਦੁਸਤਾਨ ਹੀ ਹੈ ਜੀ। ਇੱਕ ਬੱਚੇ ਠੀਕ ਆਉਂਦੇ ਹੈਗੇ, ਇੱਕ ਬੱਚੇ ਲਾਈ ਲੱਗ ਵੀ ਆ ਰਹੇ, ਜਿਹਨਾਂ ਕੰਮ ਕਰ ਸੈੱਟ ਵੀ ਹੈਗੇ, ਉਹ ਵੀ ਇੱਥੇ ਆਈ ਆ ਰਹੇ ਆ। ਬੱਚੇ ਇੱਕ ਦੂਜੇ ਨੂੰ ਫੋਨ ਕਰ ਦਿੰਦੇ ਆ ਕਿ ਵੀ ਇੱਥੇ ਬਹੁਤ ਮਜ਼ਾ ਆ ਜੀ, ਰੋਲੇ ਮੈਂ ਤਾਂ ਹਾਲ ਅਗਲੇ ਬੱਚਾ ਵੀ ਆ ਜਾਂਦੇ, ਮਾਂ ਪਿਓ ਤੰਗ ਕਰਕੇ ਵੀ ਆ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਅਸੀਂ ਇਸ ਵਕਤ ਟੋਰਾਂਟੋ ਆ, ਡਾਊਨਟਾਊਨ ਸਕੁਆਇਰ ਦੇ ਵਿੱਚ। ਔਰ ਤੁਸੀਂ ਦੇਖਿਆ ਹੋਣਾ ਵੀ ਅੱਜ ਕੱਲ੍ਹ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਆ ਰਹੀਆਂ ਨੇ ਇੱਥੇ, ਕਿਉਂਕਿ ਜੇ ਜੋਬ ਨਾ ਹੋਣ ਦੀ ਵਜ੍ਹਾ ਨਾਲ ਜਾਂ ਕੰਮ ਜਿਹੜੇ ਆਪਣੇ ਕਾਲਜਾਂ ਦੇ ਵਿੱਚ ਜ਼ਿਆਦਾ ਪੜ੍ਹਾਈ ਦੇ ਜਾਂ ਛੋਟੇ ਬੱਚੇ ਇੱਥੇ ਆ ਜਾਂਦੇ ਨੇ ਰਹਿਣ ਨੂੰ ਲੈ ਕੇ, ਰੈਂਟ ਨੂੰ ਲੈ ਕੇ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਨੇ, ਉਹਦੀ ਵਜ੍ਹਾ ਨਾਲ ਜਿਹੜਾ ਇੱਥੇ ਡੈਥਸ ਵਗੈਰਾ ਹੋ ਰਹੀਆਂ ਨੇ, ਕਿਉਂਕਿ ਅਟੈਕਸ ਬਹੁਤ ਆ ਰਹੇ ਨੇ। ਔਰ ਸਾਡੇ ਨਾਲ ਇੱਕ ਨੌਜਵਾਨ ਵੀਰ ਨੇ, ਅਸੀਂ ਉਹਨਾਂ ਤੋਂ ਪੁੱਛਦੇ ਹਾਂ। ਪਹਿਲਾਂ ਤਾਂ ਬਾਈ ਜੀ ਕੀ ਨਾਮ ਹੈ ਜੀ ਆਪਣਾ? ਜੀ ਮੇਰਾ ਨਾਮ ਸਿਮਰਨਦੀਪ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਪਿੱਛੋਂ? ਜੀ ਮੈਂ ਰਾਜਪੁਰੇ ਤੋਂ ਜੀ। ਤੇ ਕਿੰਨੀ ਦੇਰ ਹੋ ਗਈ ਆਇਆ ਨੂੰ? ਜੀ ਮੈਨੂੰ 1 ਸਾਲ ਹੋ ਗਿਆ ਜੀ ਮੈਨੂੰ। ਤੇ ਕੰਮਕਾਰ ਮੈਂ ਜੀ ਫੁੱਲ ਟਾਈਮ ਓਵਰ ਕਰਨੇ ਆ ਜੀ ਅਸੀਂ। ਤੇ ਕਿੰਨੇ ਕੁ ਪੈਸੇ ਬਣ ਜਾਂਦੇ ਤੁਹਾਡੇ ਹਿਸਾਬ ਨਾਲ ਬਾਈ ਜੀ? ਇਹ ਡਿਪੈਂਡ ਕਰਦਾ ਜੀ ਆਪਣੇ ਤੇ। ਜੇ ਆਪਾਂ ਜ਼ੋਰ ਲਾ ਕੇ ਮਿਹਨਤ ਕਰੀਏ ਜੀ ਤੇ ਹਫਤੇ ਦਾ 1600 ਤੋਂ ਉੱਤੇ ਆਉਂਦਾ ਜੀ। ਤੇ ਜਿੰਦਾ ਸਾਰਾ ਟੋਟਲ ਐਕਸਟੈਂਡ ਕੱਢ ਕੇ ਜੇ ਆਪਾਂ ਲਾਈਏ ਹਿਸਾਬ ਕਿਤਾਬ ਦੇ 1000 ਤੇ 1100 ਦੇ ਆਪਾਂ ਨੂੰ ਆ ਜਾਂਦਾ ਜੀ। ਕਿੰਨੇ ਘੰਟੇ ਲਾਉਣੇ ਪੈਂਦੇ ਰੋਜ਼? 8? ਨਹੀਂ ਜੀ, ਜੇ ਤੁਸੀਂ ਆਪਾਂ ਨੂੰ 12 ਘੰਟੇ ਮਿਲਦੇ ਆ ਜੀ ਇੱਕ ਦਿਨ ਦੇ। ਜੇ ਆਪਾਂ ਪੂਰੇ 12 ਘੰਟੇ ਲਾਵਾਂਗੇ ਤਾਂ ਅੱਛੇ ਪੈਸੇ ਬਣਨਗੇ ਆਪਾਂ ਨੂੰ ਜੀ। ਇਹ ਡਾਊਨਟਾਊਨ ਦੀ ਗੱਲ ਕਰਦੇ ਹੋ ਕਿ ਬਾਹਰ ਕਿਤੇ ਵੀ? ਆਲ ਓਵਰ ਓਨਟਾਰੀਓ। ਹਾਂਜੀ GTA ਜਾਨੀ ਦੀ ਜੇ ਆਪਾਂ ਕਹਿੰਦੇ ਮਿਸੀਸਾਗਾ, ਬਰੈਂਪਟਨ ਦੇ ਇੱਥੇ? ਬਿਲਕੁਲ ਜੀ, ਬਿਲਕੁਲ। ਤੇ ਰਾਤ ਵੇਲੇ ਜ਼ਿਆਦਾ ਕਿ ਦਿਨ ਵੇਲੇ ਤੁਹਾਡੇ ਹਿਸਾਬ ਨਾਲ? ਜੀ ਰਾਤ ਵੇਲੇ ਕਾਫੀ ਅੱਛਾ ਹੁੰਦਾ, ਕਿਉਂਕਿ ਰਾਤ ਵੇਲੇ ਟ੍ਰੈਫਿਕ ਨਹੀਂ ਹੁੰਦੀ ਜ਼ਿਆਦਾ, ਤੇ ਰਾਤ ਵੇਲੇ ਸੌਖਾ ਰਹਿੰਦਾ ਕੰਮ ਜੀ। ਤੇ ਤੁਸੀਂ ਮਤਲਬ ਆਪ ਸਟੂਡੈਂਟ ਆਏ ਸੀ ਕਿ ਸਪਾਊਸ? ਜੀ ਮੈਂ ਐਜ਼ ਅ ਕੁੱਕ ਆਇਆ ਸੀ ਇੱਥੇ। ਹਾਂਜੀ, ਮੈਂ ਐਜ਼ ਅ ਕੁੱਕ ਆਇਆ ਸੀ। ਆਫਟਰ ਆਲ ਮੈਂ 8 ਮਹੀਨੇ ਕੰਮ ਕਰਕੇ ਫਿਰ ਮੈਂ PR ਹੋ ਗਿਆ ਜੀ। ਉਸ ਤੋਂ ਬਾਅਦ ਫਿਰ ਮੈਂ ਇੱਧਰ ਆ ਗਿਆ ਜੀ। ਹਾਂਜੀ। ਤੇ ਤੁਸੀਂ ਕੀ ਕਹਿੰਦੇ ਹੋ, ਜਿਹੜੇ ਬੱਚਾ ਅੱਜ ਕੱਲ੍ਹ ਤੁਸੀਂ ਸੁਣਦੇ ਹੀ ਹੋਵੋਗੇ ਆਪਣੇ ਕਿੰਨੀਆਂ ਡੈਥ ਹੋ ਰਹੀਆਂ ਨੇ, ਜਿਹੜਾ ਹਾਰਟ ਦੀ ਪ੍ਰੋਬਲਮ ਦੀ ਵਜ੍ਹਾ ਨਾਲ ਕਿਸੇ ਨੂੰ ਅਟੈਕ ਆ ਗਿਆ, ਕੋਈ 2 ਦਿਨਾਂ 'ਚ ਆ ਗਿਆ, ਕੋਈ 3 ਦਿਨਾਂ 'ਚ ਆ ਗਿਆ, ਫਿਰ ਜਿਹੜੀ ਕਹਿੰਦੇ ਆ ਜੀ ਅੱਜ ਕੱਲ੍ਹ ਜੌਬ ਨਹੀਂ ਮਿਲਦੀ, ਰਿਸੈਸ਼ਨ ਆ ਗਿਆ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਜੀ, ਇੱਕ ਖੂਬਸੂਰਤ ਕਹਾਵਤ ਹੈ ਜੀ, ਕਹਿੰਦੇ ਨੇ ਕੋਠੇ ਚੜ੍ਹ ਕੇ ਦੇਖ ਫਕੀਰਾ ਕਰ ਕਰ ਲੱਗੀ ਅੱਗ, ਤੂੰ ਸੋਚੇ ਇੱਥੇ ਮੈਂ ਹੀ ਦੁਖੀ ਹਾਂ, ਇੱਥੇ ਦੁਖੀ ਹੈ ਸਾਰਾ ਜੱਗ। ਠੀਕ ਹੈ ਜੀ। ਦੁਨੀਆ ਦੇ ਜਿਸ ਕੋਨੇ ਵਿੱਚ ਤੁਸੀਂ ਚਲੇ ਜਾਓ, ਤੁਹਾਨੂੰ ਕੋਈ ਨਾ ਕੋਈ ਤਕਲੀਫ ਤਾਂ ਹੋਣੀ ਹੈ। ਜੇ ਆਪਾਂ ਉਸ ਤਕਲੀਫ ਨੂੰ ਤੇ ਆਪਣੇ ਹੌਂਸਲੇ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ ਜੀ। ਮੈਂ ਤੁਹਾਨੂੰ ਆਪਣੀ ਹੱਡਬੀਤੀ ਦੱਸਣਾ, ਮੈਂ ਵੀ ਕਿਸੇ ਸਿਚੁਏਸ਼ਨ ਵਿੱਚ ਸੀ, ਪਰ ਉਸ ਪਰਮਾਤਮਾ ਦਾ ਨਾਮ ਧਿਆ ਕੇ ਹੀ ਮੈਂ ਅੱਗੇ ਆਇਆ ਸੀ। ਤੇ ਇੱਕ ਮੇਰਾ ਸਭ ਤੋਂ ਵੱਡਾ ਜਿਹੜਾ ਮੇਰਾ ਸਹਾਰਾ ਹੈ, ਮੇਰੇ ਮਾਪੇ ਨੇ, ਮੇਰੇ ਨਾਨਕਾ ਫੈਮਿਲੀ ਹੈ। ਇਹਨਾਂ ਨੇ ਬਹੁਤ ਮੈਨੂੰ ਦਿੱਤਾ ਜੀ, ਬਹੁਤ ਇਹਨਾਂ ਨੇ ਮੈਨੂੰ ਪਾਵਰ ਦਿੱਤੀ ਜ਼ਿੰਦਗੀ ਵਿੱਚ। ਅੱਜ ਉਹਨਾਂ ਦੀ ਬਦੌਲਤ, ਉਸ ਰੱਬ ਦੀ ਬਦੌਲਤ ਹੀ ਮੈਂ ਇੱਥੇ ਆ ਜੀ। ਮੈਂ ਕਹਿਣਾ ਚਾਹਾਂਗਾ ਉਹਨਾਂ ਨੌਜਵਾਨਾਂ ਨੂੰ, ਜਿਹੜੇ ਮੇਰੀਆਂ ਭੈਣਾਂ ਨੇ, ਮੇਰੀਆਂ ਭਾਈ ਇੱਥੇ ਆਏ ਨੇ, ਵੀ ਜਿਹੜਾ ਸਟ੍ਰੈਸ ਹੁੰਦਾ ਹੀ ਹੁੰਦਾ। ਅਗਰ ਤੁਸੀਂ ਉਸ ਪਰਮਾਤਮਾ ਦਾ ਨਾਮ ਧਿਆਓਗੇ ਤਾਂ ਜ਼ਿੰਦਗੀ ਦੇ ਉਹ ਖੂਬਸੂਰਤ ਪਲ ਤੁਹਾਡੇ ਤੋਂ ਬਹੁਤੀ ਦੂਰ ਨਹੀਂ ਹੈਗੇ। ਤੇ ਜਿਹੜੇ
ਬੱਚੇ ਉੱਥੇ ਤੁਹਾਡੇ ਹਿਸਾਬ ਨਾਲ 12ਵੀਂ ਕਰਕੇ ਆਉਂਦੇ ਨੇ, ਹਾਂਜੀ ਹਾਂਜੀ ਤੁਹਾਨੂੰ ਲੱਗਦਾ ਉਹ ਕਿਤੇ ਛੋਟੀ ਉਮਰੇ ਤਾਂ ਨਹੀਂ ਆ ਜਾਂਦੇ ਇਸ ਕਰਕੇ ਜ਼ਿਆਦਾ ਸਟ੍ਰੈਸ ਆ ਕਿ ਕੋਈ ਹੋਰ ਰੀਜ਼ਨ ਆ ਤੁਹਾਡੇ ਹਿਸਾਬ ਨਾਲ? ਜੀ ਇੱਕ ਸਿੱਕੇ ਦੇ ਪਹਿਲੂ ਦੋ ਹੁੰਦੇ ਨੇ ਹਮੇਸ਼ਾ ਜੀ। ਜਿਹੜਾ ਬੱਚਾ ਛੋਟੀ ਉਮਰ ਇੱਥੇ ਆ ਰਿਹਾ ਹੈ, ਮੈਂ ਕਹਿੰਦਾ ਇੱਕ ਪਾਸੇ ਉਹ ਸਹੀ, ਇੱਕ ਪਾਸੇ ਗਲਤ ਵੀ ਹੈਗਾ ਹੈ। ਛੋਟੀ ਉਮਰ 'ਚ ਇੱਥੇ ਆ ਕਿ ਕਈ ਵਾਰੀ ਬੰਦੇ ਨਹੀਂ ਪਤਾ ਹੁੰਦਾ, ਪਰ ਜੇ ਉਹ ਛੋਟੀ ਉਮਰ ਇੱਥੇ ਆ ਗਿਆ, ਜੇ ਆਪਣਾ ਉਹ ਮਿਹਨਤ ਕਰਦੇ ਕਰਦੇ ਅੱਗੇ ਲੰਘ ਗਿਆ ਜੀ, ਉਹ ਬਹੁਤ ਕੁਝ ਹੋ ਜਾਂਦਾ ਜੀ, ਬਹੁਤ ਜ਼ਿਆਦਾ ਜੀ। ਮੈਂ ਤਾਂ ਬਸ ਇੱਕੋ ਮੈਸੇਜ ਹੈ ਵੀ ਮਿਹਨਤ ਕਰਨੀ ਹੈ ਤੇ ਮਿਹਨਤ ਕਰਨੀ ਜ਼ਿੰਦਗੀ 'ਚ ਬਸ। ਤੇ ਤੁਹਾਡੇ ਜਿਹੜੇ ਨਾਲ ਤੁਹਾਡੇ ਯਾਰ ਦੋਸਤ ਨੇ ਕਿੰਨੇ ਨੇ, ਸਾਰੇ ਕੰਮਾਂ ਕਾਰਾਂ ਦੇ ਸੈੱਟ ਨੇ, ਕੋਈ ਪ੍ਰੋਬਲਮ ਤਾਂ ਨਹੀਂ ਕਿਸੇ ਨੂੰ? ਨਹੀਂ, ਟੋਟਲੀ ਅਸੀਂ ਘਰ 'ਚ 8 ਜਣੇ ਰਹਿੰਦੇ ਆ, ਸਾਰੇ ਬਹੁਤ ਮਿਲ ਜੁਲ ਕੇ ਰਹਿੰਦੇ ਆ, ਸਾਰੇ ਮਿਹਨਤੀ ਨੇ ਜੀ, ਬਹੁਤ ਅੱਛਾ ਇਨਵਾਇਰਨਮੈਂਟ ਹੈ ਜੀ ਸਾਡਾ ਘਰੇ। ਤੇ ਹੋਰ ਤੁਹਾਡੇ ਨਾਲ ਇੱਥੇ ਕੋਈ ਆਇਆ ਹੁਣ ਤੁਹਾਡੇ ਯਾਰ ਦੋਸਤ? ਹਾਂਜੀ ਹਾਂਜੀ, ਮੇਰੇ ਨਾਲ ਮੇਰੇ ਯਾਰ ਦੋਸਤ ਆਏ ਨੇ ਜੀ। ਅੱਜ ਵੀਕਐਂਡ ਸੀ ਤੇ ਵੀਕਐਂਡ ਦਾ ਥੋੜਾ ਜਿਹਾ ਇੰਜੋਏ ਕਰ ਰਹੇ ਹੋ? ਇੰਜੋਏ ਹੁੰਦਾ ਹੀ ਥੋੜਾ ਬਹੁਤ ਸਾਰਿਆਂ ਨੂੰ। ਤੇ ਅਸੀਂ ਕੱਲ ਦੀ ਸਾਡੀ ਸਾਰਿਆਂ ਦਾ ਕੰਮ ਸੀ, ਅੱਜ ਵੀਕਐਂਡ ਸੀ ਤੇ ਅਸੀਂ ਸਾਰੇ ਇਕੱਠੇ ਹੋਏ ਆ ਜੀ ਅੱਜ। ਤੇ ਮਤਲਬ ਵੀਕ ਦੇ ਵਿੱਚ ਇੱਕ ਅੱਧੀ ਵਾਰੀ ਕਰ ਲੈਣਾ ਚਾਹੀਦਾ ਇੰਜੋਇਮੈਂਟ, ਇਹ ਨਹੀਂ ਵੀ ਘਰੇ ਬਹਿ ਕੇ ਮੁੜ ਕੇ ਸੋਚੀ ਜਾਓ ਇਹ ਗਰੋਸਰੀ ਲਿਆਉਣੀ ਆ, ਫਲਾਨਾ ਕਰਨਾ, ਉਹ ਨਹੀਂ, ਇਹ ਤਾਂ ਚੱਲੀ ਜਾਣਾ ਜੀ। ਇਹ ਸਾਰਿਆਂ ਦੀ ਮੈਂ ਕਹਿੰਦਾ ਵੀ ਇੱਕ ਹਫਤੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਰੱਖਣਾ ਚਾਹੀਦਾ। ਕੋਈ ਸਾਡੇ ਗੈਟ ਟੂਗੇਦਰ ਲਾ ਲਓ। ਵੀਰ ਭਾਈ ਇਹੋ ਜਿਹੇ ਹੁੰਦੇ ਨੇ, ਵੀਰ ਭੈਣਾਂ ਇਹੋ ਜਿਹੀਆਂ ਹੁੰਦੀਆਂ ਨੇ ਸਾਡੀਆਂ ਵੀ ਜਿਹੜੀਆਂ ਆਪਣੇ ਗੁਰਦੁਆਰੇ ਸਾਹਿਬ 'ਚ ਜਿਹੜੀਆਂ ਸੇਵਾ ਕਰਦੀਆਂ ਜੀ। ਤੇ ਕਈ ਹੁੰਦੇ ਆ, ਕੋਈ ਇੱਥੇ ਵੀ ਆ ਜਾਂਦੇ ਆ ਜੀ। ਹਾਂਜੀ ਬਿਲਕੁਲ ਜੀ, Different ਆ ਵਾ ਦੋਨਾਂ ਬਿਲਕੁਲ ਜੀ, ਪਾਸੇ ਬਿਲਕੁਲ ਚੀਜ਼ ਬਿਲਕੁਲ ਇੱਕੋ ਹੀ ਆ। ਹਾਂਜੀ 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 ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਸਾਡੇ ਨਾਲ ਕੁਝ ਹੋਰ ਵੀ ਨੌਜਵਾਨ ਨੇ, ਅਸੀਂ ਉਹਨਾਂ ਤੋਂ ਪੁੱਛਦੇ ਹਾਂ, ਤੁਸੀਂ ਕਿੰਨਾ ਚਿਰ ਹੋ ਗਿਆ ਜੀ ਇੱਥੇ? ਮੈਨੂੰ ਆਲਮੋਸਟ 2 ਸਾਲ ਹੋ ਗਏ ਇੱਥੇ। ਤੇ ਤੁਸੀਂ ਕੀ ਕਰਦੇ ਹੋ? ਮੈਂ ਇਸ ਟਾਈਮ ਗੈਸ ਸਟੇਸ਼ਨ 'ਤੇ ਕੰਮ ਕਰ ਰਿਹਾ। ਮੈਂ ਹਲੇ ਰੀਸੈਂਟਲੀ ਆਪਣੀ ਸਟੱਡੀਜ਼ ਕੰਪਲੀਟ ਕਰੀਆਂ ਨੇ। ਤੇ ਤੁਸੀਂ ਕਿੰਨਾ ਕੁ ਸਹਿਮਤ ਹੋ ਬਾਈ ਜੀ ਹੁਣਾਂ ਦੀ ਗੱਲ ਨਾਲ ਵੀ ਜਿਹੜੀ ਮਿਹਨਤ ਕਰਦੇ ਆ, ਕਹਿੰਦੇ ਵੀ ਜੇ ਮਿਹਨਤ ਕਰੀਏ ਤਾਂ ਕੁਝ ਵੀ ਆਪਾਂ ਪਾ ਸਕਦੇ ਆ, ਤੁਸੀਂ ਕੀ ਕਹਿੰਦੇ ਹੋ? ਆਬਵੀਅਸ ਹੈ, ਜੇ ਹਾਰਡ ਵਰਕ ਆਲਵੇਜ਼ ਪੇਜ਼ ਆਫ। ਜਿਹੜੀ ਮਰਜ਼ੀ ਕੰਟਰੀ 'ਚ ਤੁਸੀਂ ਹੋ, ਹਾਰਡ ਵਰਕ ਆਲਵੇਜ਼ ਪੇਜ਼ ਆਫ। ਈਵਨ ਜੇ ਤੁਸੀਂ ਇੰਡੀਆ 'ਚ ਰਹਿ ਰਹੇ ਹੋ ਤਾਂ ਵੀ ਆਈ ਵੋਂਟ ਐਗਰੀ, ਆਪਣੇ ਲੋਕ, ਆਪਣੇ ਇੰਡੀਅਨਸ ਆਪਾਂ ਹੀ ਕਹਿੰਦੇ ਆ ਕਿ ਸਾਡੇ ਉੱਥੇ ਕੁਝ ਵੀ ਨਹੀਂ ਹੈਗਾ, ਓਪਰਚੁਨਿਟੀਜ਼ ਨਹੀਂ ਹੈਗੀਆਂ। ਮੈਂ 19 ਸਾਲ ਦਾ ਹੁੰਦਾ ਸੀ ਜਦੋਂ ਮੈਂ ਇੱਥੇ ਆ ਗਿਆ। ਆਈਲ ਸੇ ਕਿ ਮੈਂ ਨਹੀਂ ਕਹਿ ਸਕਦਾ ਕਿ ਉੱਥੇ ਓਪਰਚੁਨਿਟੀਜ਼ ਨਹੀਂ ਹੈਗੀਆਂ, ਕਿਉਂਕਿ ਮੈਂ ਹਲੇ ਉੱਥੇ ਓਪਰਚੁਨਿਟੀਜ਼ ਕਦੀ ਡਿਸਕਵਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰੀ। ਮੈਂ ਸਟੇਟ ਵੇ ਮੈਂ ਅੱਜ ਆਈ ਵਾਸ ਜਸਟ ਅ ਟੀਨੇਜਰ, ਮੈਂ ਇੱਥੇ ਆ ਗਿਆ ਤੇ ਮੈਂ ਆਪਣੀ ਓਪਰਚੁਨਿਟੀਜ਼ ਉੱਥੇ ਡਿਸਕਵਰ ਹੀ ਨਹੀਂ ਕਰੀਆਂ। ਤੇ ਮੈਂ ਆ ਕੇ ਇਹ ਕਹਾਂ ਕਿ ਉੱਥੇ ਓਪਰਚੁਨਿਟੀਜ਼ ਨਹੀਂ ਹੈਗੀਆਂ, ਇਹ ਗਲਤ ਹੈ। ਜੇ ਮੈਂ ਕੁਝ ਨਹੀਂ ਪਤਾ, ਜੇ ਮੈਂ ਉੱਥੇ ਹਾਰਡ ਵਰਕ ਕਰ ਲੈਂਦਾ, ਆਮ ਪ੍ਰੀਟੀ ਸ਼ੋਰ ਕੀ ਪਤਾ ਇੱਥੇ ਨਾਲੋਂ ਬੈਟਰ ਕਰ ਰਿਹਾ ਹੁੰਦਾ। ਜਿਹੜੇ ਮੈਂ 25 ਲੱਖ ਲਗਾ ਕੇ ਇੱਥੇ ਆਇਆ, ਕੀ ਪਤਾ ਉਹ 25 ਲੱਖ ਮੈਂ 2 ਜਾਂ 4 ਸਾਲ 'ਚ ਉੱਥੇ ਇਨਵੈਸਟ ਕਰਦਾ ਤਾਂ ਬੈਟਰ ਕਰ ਰਿਹਾ ਹੁੰਦਾ। ਪਰ ਤੁਹਾਨੂੰ ਲੱਗਦਾ ਵੀ ਜਿਹੜਾ ਤੁਸੀਂ ਕਹਿੰਦੇ ਹੋ 20-25 ਲੱਖ ਉੱਥੇ ਲਾਇਆ ਵੀ ਤੁਹਾਡੇ ਮਾਪਿਓ ਤੁਹਾਡੇ ਪਿੱਛੇ ਲਾ ਦਿੰਦੇ, ਤੁਹਾਨੂੰ ਲੱਗਦਾ ਇਹ ਗੱਲ? ਜੇ ਇੱਥੇ ਲਿਆਉਣ ਲਈ, ਆਪਣੇ ਤੋਂ ਇੰਨੀ ਦੂਰ ਕਰਨ ਲਈ ਉਹਨਾਂ ਨੇ ਲਾਤਾ, ਤਾਂ ਆਪਣੇ ਨਾਲ ਰੱਖਣ ਲਈ, ਆਪਣੇ ਸ਼ਹਿਰ 'ਚ ਕੋਈ ਕੰਮ ਕਰਾਉਣ ਲਈ, ਆਪਣੀ ਸਟੱਡੀਜ਼ ਕਰਵਾਉਣ ਲਈ ਤਾਂ ਆਬਵੀਅਸ ਕਿਉਂ ਨਾ ਲਗਾਉਂਦੇ। ਪਰ ਕਈ ਵਾਰੀ ਇਹ ਵੀ ਹੁੰਦਾ ਨਾ, ਜਿਵੇਂ ਆਪਣੇ ਮਾਪਿਓ ਕਹਿੰਦੇ ਵੀ ਛੱਡੋ ਯਾਰ ਇਹਨੇ ਇੱਥੇ ਨਹੀਂ ਕਰਨਾ, ਬਾਹਰ ਜਾਊਗਾ, ਚਲੋ ਅਸੀਂ ਵੀ ਸ਼ਾਇਦ ਨਾਲ ਮਤਲਬ ਚਲੇ ਜਾਵਾਂਗੇ। ਜੋ ਆਪਣੀ ਇੱਕ ਬਣੀ ਹੋਈ ਆ ਪੰਜਾਬੀਆਂ ਦਾ ਮਾਈਂਡ ਬਣਿਆ, ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਉਹ ਬੜੀ ਕੰਟਰੋਵਰਸ਼ੀਅਲ ਗੱਲ ਕਹਿਣ ਲੱਗਾ, ਆਈ ਡੋਨਟ ਨੋ, ਬਟ ਉਹ ਗੱਲ ਐਗਰੀ, ਉਹ ਗੱਲ ਚੱਲਦੀ ਹੈ ਕਿ ਤੁਸੀਂ ਐਜੂਕੇਟਿਡ ਕਿੰਨੇ ਹੋ। ਜੇ ਤੁਹਾਡੇ ਪੇਰੈਂਟਸ ਐਜੂਕੇਟਿਡ ਹੋਣਗੇ, ਵੈਲ ਐਜੂਕੇਟਿਡ ਹੋਣਗੇ, ਤਾਂ ਆਬਵੀਅਸਲੀ ਤੁਹਾਨੂੰ ਹਰ ਸਿਚੁਏਸ਼ਨ 'ਚ ਸਪੋਰਟ ਕਰਨਗੇ। ਈਵਨ ਇਫ ਯੂ ਆਰ ਕਮਿੰਗ ਟੂ ਦਿਸ ਕੰਟਰੀ, ਉਹ ਤੁਹਾਨੂੰ ਹਮੇਸ਼ਾ ਸਪੋਰਟ ਕਰਨਗੇ। ਜੇ ਤੁਸੀਂ ਉੱਥੇ ਕੁਝ ਕਰਨਾ ਚਾਹੁੰਦੇ ਹੋ, ਉੱਥੇ ਸਟੱਡੀਜ਼ ਕਰਨਾ ਚਾਹੁੰਦੇ ਹੋ, ਉੱਥੇ ਆਪਣੇ ਬਿਜ਼ਨਸ ਕਰਨਾ ਚਾਹੁੰਦੇ ਹੋ, ਸਪੋਰਟ ਕਰਨਗੇ, ਬਿਕੋਜ਼ ਦੇ ਆਰ ਦ ਓਨਲੀ ਵਨਸ ਉਹ ਤੁਹਾਡੇ ਤੇ ਇਨਵੈਸਟ ਕਰ ਰਹੇ ਨੇ। ਜੇ ਉਹਨਾਂ ਨੂੰ ਲੱਗ ਰਿਹਾ ਕਿ ਮੇਰਾ ਮੁੰਡਾ ਉੱਥੇ ਸਿੰਗਰ ਅੱਛਾ ਬਣ ਸਕਦਾ ਤਾਂ ਉੱਥੇ ਇਨਵੈਸਟ ਕਰਨਗੇ। ਉਹ ਬਿਜ਼ਨਸ 'ਚ ਉਹਦਾ ਕੋਈ ਆਪਣਾ ਐਂਟਰਪ੍ਰੀਨਿਓਰਸ਼ਿਪ ਕਰ ਸਕਦਾ, ਆਪਣਾ ਕੁਝ ਉਹਦੇ ਸਕਿੱਲ ਸੈੱਟ ਹੈ ਜੋ ਉਧਰ ਜਾ ਕੇ ਉਹ ਇਨਵੈਸਟ ਕਰ ਸਕਦਾ, ਉਹ ਆਬਵੀਅਸਲੀ ਕਰ ਸਕਣਗੇ। ਕਿਉਂਕਿ ਉੱਥੇ ਜੇ ਮੈਂ ਇੱਥੇ ਰਹਿ ਰਿਹਾ, ਮੇਰੇ ਸਿਰ ਦੇ ਉੱਤੇ ਕਿਸੇ ਦਾ ਹੱਥ ਨਹੀਂ ਹੈ, ਆਈ ਐਮ ਓਨਲੀ ਦਾ ਵਨ ਲਿਵਿੰਗ ਵਿਦ ਮੀ। ਤੇ ਜੇ ਮੈਂ ਉੱਥੇ ਰਹਿ ਰਿਹਾ ਹੁੰਦਾ ਤਾਂ ਆਬਵੀਅਸਲੀ ਕਿਸੇ ਨਾ ਕਿਸੇ ਪੁਆਇੰਟ 'ਚ ਜਿੱਥੇ ਵੀ ਮੈਂ ਆਪਣੇ ਆਪ ਨੂੰ ਲੋ ਫੀਲ ਕਰ ਰਿਹਾ ਹੁੰਦਾ ਤਾਂ ਮੇਰੇ ਪੇਰੈਂਟਸ ਦਾ ਮੈਨੂੰ ਸਪੋਰਟ ਹੁੰਦਾ, ਮੇਰੇ ਫਾਦਰ ਦਾ ਸਪੋਰਟ ਹੁੰਦਾ। ਪਰ ਤੁਸੀਂ ਜਿਵੇਂ ਬਾਈ ਜੀ ਹੁਣਾਂ ਦੱਸਿਆ ਵੀ 7-8, ਤੁਸੀਂ ਕਿੰਨੇ ਜਾਣੇ ਰਹਿੰਦੇ ਹੋ ਇਕੱਠੇ? ਮੈਂ ਇਹਨਾਂ ਨਾਲ ਹੀ ਰਹਿੰਦਾ ਸੀ, 8 ਜਣੇ ਰਹਿੰਦੇ ਆ, ਸਾਡਾ 5 ਰੂਮ ਹਾਊਸ ਹੈ। ਤੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਵੀ ਜਦੋਂ ਤੁਸੀਂ 4-5 ਜਣੇ ਇਕੱਠੇ ਮਿਲ ਕੇ ਰਹਿੰਦੇ ਹੋ ਤੇ ਇੱਕ ਤੁਹਾਡਾ ਜਿਹੜਾ ਕੰਟਰੀਬਿਊਟ ਹੁੰਦਾ ਇੱਕ ਦੂਜੇ ਦੇ ਨਾਲ, ਆਪਾਂ ਜਿਹੜਾ ਸ਼ੇਅਰਿੰਗ ਕਰਦੇ ਆ ਜਿਹਨੂੰ ਕਹਿ ਦਈਏ, ਚਾਹੇ ਉਹ ਗਰੋਸਰੀ ਹੋਵੇ, ਰੈਂਟ ਹੋਵੇ, ਕਿਤੇ ਨਾ ਕਿਤੇ ਵਰਥ ਹੈ ਤੁਹਾਡੇ ਸਾਹਮਣੇ? ਹਰ ਚੀਜ਼ ਦੀ ਆਪਾਂ ਇੱਕ ਮੋਨੇਟਰੀ ਵੈਲਿਊ ਨਹੀਂ ਲੈ ਕੇ ਚੱਲ ਸਕਦੇ, ਬਟ ਸਭ ਤੋਂ ਵੱਡੀ ਗੱਲ ਇਹ ਹੈ ਜੇ ਤੁਸੀਂ ਕਿਸੇ 7 ਜਾਂ 8 ਬੰਦਿਆਂ ਨਾਲ ਰਹਿ ਰਹੇ ਹੋਗੇ, ਈਵਨ ਯੂ ਆਰ ਸਟੇਇੰਗ ਵਿਦ ਲਾਈਕ ਮੋਰ ਦੈਨ 5 ਪੀਪਲ, ਤੁਹਾਡਾ ਇੱਕ ਮੋਰਲ ਸਪੋਰਟ ਰਹਿੰਦਾ ਹੈ। ਲਾਈਕ ਮੈਂ ਆਪਣੇ ਐਗਜ਼ਾਮਪਲ ਦਿੰਦਾ, ਜੇ ਅਸੀਂ ਘਰ 'ਚ 8 ਬੰਦੇ ਰਹਿੰਦੇ ਹਾਂ ਤਾਂ ਲਾਈਕ ਮੋਨੇਟਰੀਲੀ ਅਸੀਂ ਇੱਕ ਦੂਜੇ ਨਾਲ ਇੰਨਾ ਕੰਟਰੀਬਿਊਟ ਨਹੀਂ ਕਰਦੇ, ਕਿਉਂਕਿ ਹਰ ਇੱਕ ਦਾ ਸ਼ਿਫਟ ਟਾਈਮਿੰਗਸ ਅਲੱਗ ਨੇ। ਕੋਈ ਨਾਈਟ ਕਰ ਰਿਹਾ, ਕੋਈ ਈਵਨਿੰਗ ਕਰ ਰਿਹਾ, ਕੋਈ ਮਾਰਨਿੰਗ ਕਰ ਰਿਹਾ, ਕੋਈ ਕਿਸੇ ਨੇ ਟਿਫਨ ਲਵਾਇਆ, ਕੋਈ ਗਰੋਸਰੀ ਕਰ ਰਿਹਾ, ਕੋਈ ਕੁੱਕ ਕਰ ਰਿਹਾ, ਤਾਂ ਕਦੀ ਕਿਸੇ ਨਾਲ ਆਪਾਂ ਕੰਟਰੀਬਿਊਸ਼ਨ ਨਹੀਂ ਕਰ ਸਕਦੇ, ਦੈਟਸ ਵੈਰੀ ਕਲੀਅਰ। ਬਟ ਇੱਕ ਮੋਰਲ ਸਪੋਰਟ ਹੁੰਦਾ। ਇੱਕ ਮੇਰਾ ਫਰੈਂਡ ਹੈ ਹੁਣ ਮੇਰੇ ਨਾਲ, ਲੈਟਸ ਸੇ ਇਫ ਦੇयर इज अ टाइम आई एम फीलिंग वेरी लो, ਜੇ ਮੈਨੂੰ ਇੱਕ ਕਾਲ ਕਰਾਂਗਾ, ਹੀ ਵਿਲ ਬੀ ਆਲਵੇਜ਼ देयर ਵਿਦ ਮੀ। ਨਹੀਂ ਕਿਤੇ ਇਹ ਤਾਂ ਨਹੀਂ ਹੁੰਦਾ ਜਿਵੇਂ ਆਪਾਂ ਕਹੀਏ ਵੀ ਆ ਮੇਰਾ ਦੁੱਧ ਸੀ, ਆ ਮੇਰਾ ਜੂਸ ਸੀ, ਇਹ ਕਿਉਂ ਪੀ ਲਿਆ, ਰੋਟੀਆਂ ਮੇਰੀਆਂ ਲਾਈਆਂ ਸੀ, ਆਟਾ, ਇਦਾਂ ਦਾ ਵੀ ਕਦੇ ਕੁਝ ਹੋ ਜਾਂਦਾ? ਉਹ ਤੁਹਾਡੀ ਆਪਸੀ ਅੰਡਰਸਟੈਂਡਿੰਗ ਹੈ। ਜੇ ਤੁਸੀਂ ਲਾਈਕ
ਜੇ ਮੈਂ ਪੈਨੀ ਪਿੱਛੇ ਰੋਣ ਲੱਗ ਜਾਵਾਂਗਾ ਤਾਂ ਮੈਂ ਆਬਵੀਅਸਲੀ ਲਾਈਫ 'ਚ ਕਿਤੇ ਸਕਸੈਸ ਕਰ ਸਕਾਂਗਾ। ਲਾਈਕ ਜੇ ਇਫ ਆਈ ਐਮ ਗਰੋਇੰਗ ਅ ਬਿਜ਼ਨਸ ਔਰ ਇਫ ਆਈ ਐਮ ਡੂਇੰਗ ਅ ਥਿੰਗ, ਜੇ ਮੈਂ ਕਹਾਂ ਕਿ ਮੇਰੀ ਤੂੰ $2 ਦੀ ਚੀਜ਼ ਖਾ ਲਈ, ਤੂੰ ਮੇਰੀ $5 ਦੀ ਚੀਜ਼ ਖਾ ਲਈ, ਤੂੰ ਮੇਰੀ $10 ਦੀ ਚੀਜ਼ ਖਾ ਲਈ, ਵੀ ਆਰ ਰਿਸਟ੍ਰਿਕਟਿੰਗ ਆਰਸੈਲਵਸ ਟੂ ਦੈਟ $10। ਆਪਾਂ ਉਸ ਤੋਂ ਉੱਪਰ ਕਦੀ ਜਾ ਹੀ ਨਹੀਂ ਪਾ ਰਹੇ। ਤਾਂ ਜੇ ਆਪਾਂ ਇਹ ਪਿਟੀ ਥਿੰਗਸ ਦੇਖਾਂਗੇ ਤਾਂ ਆਈ ਡੋਂਟ ਥਿੰਕ ਆਪਾਂ ਸਕਸੈਸ ਵੱਲ ਜਾ ਰਹੇ ਹਾਂ। ਆਪਣੀ ਰੂਟਸ ਉੱਥੇ ਹੀ ਜੁੜੀਆਂ ਰਹਿ ਗਈਆਂ। ਜਿਵੇਂ ਆਪਾਂ ਪਿੰਡਾਂ 'ਚ ਗੱਲ ਕਰਦੇ ਸੀਗੇ ਕਿ ਉਹਨੇ ਮੇਰੇ ਕਿੱਲੇ 'ਚ 1 ਫੁੱਟ ਜ਼ਿਆਦਾ ਲੈ ਲਿਆ, ਉਸ ਬੰਦੇ ਨੇ ਮੇਰੇ ਜ਼ਮੀਨ 'ਚ 1 ਫੁੱਟ ਜ਼ਿਆਦਾ ਲੈ ਰਿਹਾ। ਤਾਂ ਉੱਥੇ ਵੀ ਆਪਾਂ ਇੰਨੀ ਵੱਡੀ ਕੰਟਰੀ 'ਚ ਆ ਕੇ ਉੱਤੇ ਉੱਠ ਕੇ ਦੇਖੀਏ ਕਿ ਦੁੱਧ ਕੋਈ ਵੱਡੀ ਗੱਲ ਨਹੀਂ ਹੈ। ਜੇ ਮੇਰੇ ਫਰੈਂਡ ਨੇ ਕਿਸੇ ਨੇ ਮੇਰਾ ਦੁੱਧ ਪੀ ਲਿਆ, ਮੇਰੇ ਕੋਈ ਫਰੂਟਸ ਖਾ ਲਏ, ਤਾਂ ਮੈਂ ਐਕਸਪੈਕਟ ਕਰ ਸਕਦਾ ਕਿ ਉਹ ਨੈਕਸਟ ਟਾਈਮ ਉਹ ਲਿਆਏਗਾ ਤਾਂ ਯੂ ਸ਼ੇਅਰ ਦੈਟ, ਐਜ਼ ਸਿੰਪਲ ਐਜ਼ ਦੈਟ। ਜਿਹੜੀ ਗੱਲ ਜਿਵੇਂ ਤੁਸੀਂ ਦੱਸੇ ਬਹੁਤ ਛੋਟੀ ਉਮਰ 'ਚ ਤੁਸੀਂ ਇੱਥੇ ਆ ਗਏ ਸੀ, ਕਈ ਬੱਚੇ ਆਉਂਦੇ, ਤੁਹਾਨੂੰ ਕੀ ਲੱਗਦਾ ਜਿਹੜੇ 12 ਪੜ੍ਹ ਕੇ ਇੱਥੇ ਆਉਂਦੇ ਨੇ ਬੱਚੇ, 12th ਗ੍ਰੇਡ ਕਰਕੇ ਆਉਂਦੇ ਨੇ, ਉਹ ਤੁਹਾਡੇ ਹਿਸਾਬ ਨਾਲ ਸਹੀ ਹੈ ਕਿ ਗ੍ਰੈਜੂਏਟ ਹੋ ਕੇ ਆਉਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਥੋੜਾ ਵੀ ਮੈਂਟਲੀ ਪ੍ਰਪੇਅਰ ਹੋ ਜਾਓ ਤੁਸੀਂ। ਜਿਵੇਂ ਉਹਨੇ ਕਿਹਾ ਲਾਈਕ ਐਵਰੀ ਕੋਇਨ ਹੈਜ਼ 2 ਸਾਈਡਸ, ਤਾਂ ਮੈਂ ਇਹ ਕਹਾਂਗਾ ਕਿ ਜਿਹੜਾ ਇੱਕ 12th ਤੋਂ ਬਾਅਦ ਆ ਰਿਹਾ ਉਸ ਕੋਲ ਜ਼ਿਆਦਾ ਟਾਈਮ ਹੈ ਰਾਦਰ ਦੈਨ ਜਿਹੜਾ ਇੱਕ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਆ ਰਿਹਾ। ਆਈਲ ਸੇ ਜਿਹੜਾ ਲਾਈਕ 12th ਤੋਂ ਬਾਅਦ ਆ ਰਿਹਾ ਹੀ, ਉਹ ਆਪਣੀ 18 ਜਾਂ 19 ਤੇ ਆ ਰਿਹਾ, ਤਾਂ 22 ਜਾਂ 23 ਤੱਕ ਉਹ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲੈ ਲੂਗਾ। ਤਾਂ ਉਸ ਕੋਲ ਜ਼ਿਆਦਾ ਟਾਈਮ ਹੈ ਆਪਣੀ ਲਾਈਫ ਬਾਰੇ ਸੋਚਣ ਦਾ। ਉਸ ਕੋਲ ਲਾਈਕ ਇੱਕ ਕੈਪ ਆ ਜਾਂਦਾ 5 ਜਾਂ 7 ਇਅਰਸ ਦਾ, ਜਿਹੜਾ ਉਸ ਬੰਦੇ ਨਾਲੋਂ ਜ਼ਿਆਦਾ ਆਉਂਦਾ। ਤਾਂ ਮੈਂ ਆਬਵੀਅਸਲੀ ਕਹਾਂਗਾ ਕਿ ਸਾਡੇ ਕੋਲ ਸੋਚਣ ਦੇ ਸਕੋਪ ਜ਼ਿਆਦਾ ਹੁੰਦਾ। ਇਫ ਆਈ ਐਮ ਕਮਿੰਗ ਐਟ ਮਾਈ 30 ਤਾਂ ਮੈਨੂੰ ਇੱਕੋ ਹੀ ਕਰੀਅਰ ਸਕੋਪ ਸੋਚ ਕੇ ਚੱਲਣਾ ਪਏਗਾ ਤੇ ਮੈਂ ਉਸੀ ਨੂੰ ਲੈ ਕੇ ਅੱਗੇ ਜਾਵਾਂਗਾ, ਕਿਉਂਕਿ ਮੇਰੇ ਕੋਲ ਆਲਰੇਡੀ ਟਾਈਮ ਬਹੁਤ ਘੱਟ ਹੋਏਗਾ। ਜੇ ਮੈਂ 19 ਤੇ ਆ ਰਿਹਾ ਤਾਂ ਮੇਰੇ ਕੋਲ ਇੰਨਾ ਐਫਰਟ ਕਰ ਸਕਦਾ ਕਿ ਮੈਂ ਆਪਣੇ 25 ਤੋਂ ਲੈ ਕੇ 30 ਦੀ ਉਮਰ ਤੱਕ ਕਿ ਮੈਂ ਐਟਲੀਸਟ 2 ਜਾਂ 3 ਕਰੀਅਰ ਸਕੋਪਸ ਚੂਜ਼ ਕਰ ਲਾਂ, ਜਿਹੜੀ 'ਚ ਮੈਨੂੰ ਅੱਛਾ ਲੱਗ ਰਿਹਾ ਮੈਂ ਉਸ 'ਚ ਜਾ ਸਕਾਂਗੇ। ਪਰ ਤੁਹਾਨੂੰ ਇੱਕ ਮੇਰਾ ਸਵਾਲ ਹੋਰ ਆ ਵੀ ਜਿਹੜਾ ਜਦੋਂ ਆਪਾਂ ਤੁਸੀਂ ਕਹਿੰਦੇ ਛੋਟੀ ਉਮਰ ਇੱਥੇ ਆਏ ਨੇ, ਆਪਾਂ ਘਰੋਂ ਬੱਚਿਆਂ ਨੂੰ ਕੱਢਦੇ ਨਹੀਂ ਵੀ ਇੱਥੇ ਵੀ ਨਹੀਂ ਜਾਣਾ ਦੁਕਾਨ ਤੇ ਫਲਾਣਾ, ਸਡਨਲੀ ਆਪਾਂ 7 ਸਮੁੰਦਰ ਪਾਰ ਭੇਜ ਦਿੰਦੇ ਆ। ਤੁਹਾਨੂੰ ਨਹੀਂ ਲੱਗਦਾ ਉਹਨੂੰ ਥੋੜੀ ਬਹੁਤੀ ਪਹਿਲਾਂ ਟ੍ਰੇਨਿੰਗ ਆ, ਚਾਹੇ ਉਹ ਚਾਹ ਬਣਾਉਣ ਦੀ ਦੇਣੀ ਹੋਵੇ, ਚਾਹੇ ਜਿਵੇਂ ਦੂਜਾ ਇੱਥੇ ਆ ਕੇ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ, ਆਪਾਂ ਕਿਹਦੀ ਹੈਲਪ ਮੰਗਦੇ ਆ? ਤਾਂ ਇਹਦੇ ਬਾਰੇ ਤੁਸੀਂ ਇੱਕ ਐਗਜ਼ਾਮਪਲ ਦਾਂਗਾ। ਇੱਕ ਜਿਹੜਾ ਪੰਛੀ ਹੁੰਦਾ, ਇੱਕ ਜਿਹੜੀ ਚਿੜੀ ਹੁੰਦੀ ਹੈ, ਜਦੋਂ ਤੱਕ ਉਹਦੀ ਮਾਂ ਉਹਨੂੰ ਉੜਨਾ ਨਹੀਂ ਸਿਖਾਏ, ਜਦ ਤੱਕ ਉਹਦੀ ਮਾਂ ਉਹਨੂੰ ਉਹਦੇ ਇੱਕ ਨੈਸਟ 'ਚੋਂ ਬਾਹਰ ਨਹੀਂ ਕੱਢੇਗੀ, ਉੜਨਾ ਨਹੀਂ ਸਿੱਖੇਗਾ। ਤਾਂ ਇਹ ਲੱਗ ਰਹੀ ਕਿ ਜਦ ਤੱਕ ਆਪਣੇ ਪੇਰੈਂਟਸ ਆਪਾਂ ਨੂੰ ਨਹੀਂ ਕਹਿਣਗੇ ਕਿ ਜਾਓ ਆਪਣੇ ਦਮ ਤੇ ਕੁਝ ਕਰੋ, ਤਾਂ ਆਪਾਂ ਉਹਨਾਂ ਦੇ ਅੰਦਰ ਹੀ ਰਹਿ ਜਾਵਾਂਗੇ। ਮੇਰੇ ਇੰਡੀਆ 'ਚ ਵੀ ਕਜ਼ਨਸ ਨੇ ਜਿਹੜੇ ਹਾਲੇ ਤੱਕ 24-25 ਦੇ ਨੇ, ਦੇ ਆਰ ਸਟਿਲ ਡਿਪੈਂਡੈਂਟ ਔਨ देयर ਪੇਰੈਂਟਸ। ਕੋਈ ਵੀ ਇੱਕ ਛੋਟੀ ਤੋਂ ਛੋਟੀ ਚੀਜ਼ ਲੈ ਕੇ, ਆਪਣੀ ਕਾਲਜ ਦੀ ਫੀਸ ਤੋਂ ਲੈ ਕੇ ਇੱਕ ਕਲੋਥਸ ਤੱਕ ਬਾਏ ਕਰਨੇ ਨੂੰ ਆਪਣੇ ਪੇਰੈਂਟਸ ਤੋਂ ਮੋਨੇਟਰੀ ਹੈਲਪ ਲੈਂਦੇ ਨੇ। ਤਾਂ ਉਹੀ ਹੈ ਕਿ ਜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਹਰ ਚੀਜ਼ ਨੂੰ ਸਪੋਰਟ ਕਰਨਗੇ ਤਾਂ ਆਈ ਡੋਂਟ ਅਗਰੀ ਕਿ ਆਪਾਂ ਕਦੀ ਵੀ ਕਿਸੇ ਲਾਈਫ 'ਚ ਅੱਗੇ ਵੱਧ ਸਕਾਂਗੇ। ਥੈਂਕ ਯੂ। ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ। ਹਾਂ, ਜੇ ਮਿਡਲ ਕਲਾਸ ਬੰਦਾ ਇੰਡੀਆ ਦਾ ਇੱਥੇ ਆ, ਉਹਦਾ ਤੁਸੀਂ ਕੀ ਸਮਝਦੇ? ਜੇ ਤੁਸੀਂ ਬਾਈ ਬਿਲਕੁਲ ਬਿਜ਼ਨਸ ਮਾਈਂਡਡ ਨਾ ਚੱਲੋ, ਨਾਰਮਲ ਬੰਦੇ। ਜੇ ਤੁਸੀਂ ਬਾਈ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਨਾ, ਰਾਈਟ, ਜੇ ਤੁਸੀਂ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਨਾ ਨਾ, तो बिल्कुल इंडिपेंडेंटली विदाउट एनी फादर्स मनी और विदाउट एनी है ना एनी गाइडेंस एंड एवरीथिंग, तो तुसी इत्थे आओ, क्योंकि इत्थे ना टू बिकम 0 to 10 it's easy, but 10 to 100 it's very difficult, right? But becoming 10 to 100 in India it's very easy, you know, because the experiences and all the opportunities that you have in India, bro, it's very easy there, bro. ਪਰ ਜੇ ਆਪਾਂ ਇਹ ਦੇਖਿਆ ਜਾਵੇ, ਜੇ ਹੁਣ ਇੱਥੇ ਬੱਚਾ ਘੱਟ ਤੋਂ ਘੱਟ ਵੀ ਕੰਮ ਕਰੂਗਾ, ਮਤਲਬ 5 ਦਿਨ ਵੀ ਕੰਮ ਕਰੇ, ਉਹ 2 ਦਿਨ ਇੰਜੋਏ ਕਰੇ ਆਪਣਾ, ਤਾਂ ਵੀ ਉਹ $2,000-$2,500 ਕਮਾ ਲੂਗਾ। ਤੇ ਜੇ 1500 ਦਾ ਖਰਚਾ ਨਿਕਲ ਗਿਆ, $1,000 ਇੰਡੀਆ ਦੇ ਹਿਸਾਬ ਨਾਲ ਉਹ $1.5 ਲੱਖ ਰੁਪਈਆ ਕਮਾ ਰਿਹਾ। ਤੇ ਜੇ ਉਹ 75,000 ਆਪਣਾ ਕੋਸਟ ਵੀ ਦੇ ਦੂਗਾ ਲਿਵਿੰਗ, ਤਾਂ ਵੀ ਉਹ ਕਹਿੰਦਾ ਸਟਿਲ ਮੈਂ ਵੀ ਅਰਨ ਕਰ ਰਿਹਾ ਹਾਂ। ਤੁਸੀਂ ਭਾਈ ਕਿੰਨਾ ਅਰਨ ਕਰ ਰਹੇ ਹੋ ਤੁਸੀਂ? ਮੇਰੀ ਗੱਲ ਬਿਜ਼ਨਸ ਮਾਈਂਡਡ ਨਾ ਆਪਾਂ ਨਾ ਮੇਰੀ ਗੱਲ ਸੁਣੋ। ਤੁਸੀਂ ਨਾ ਆਪਾਂ ਕੀ ਕਹਿੰਦੇ ਆ, ਆਪਾਂ ਆਮ ਬੰਦੇ ਦੀ ਗੱਲ ਕਰਦੇ ਆ ਹੈ ਕਿ ਆਪਾਂ ਨਾ ਮਤਲਬ $1,000-$2,000 ਬਚਾ ਕੇ ਨਾ ਆਪਾਂ ਕਹਿੰਦੇ ਆ ਕਿ ਬਰੋ ਆਪਾਂ ਇੰਡੀਆ ਦੇ ਹਿਸਾਬ ਨਾਲ ਕਮਾ ਰਹੇ ਆ ਬਰੋ, ਹੈ ਨਾ। ਆਪਾਂ ਇੱਥੇ ਦੇ ਹਿਸਾਬ ਨਾਲ ਘੱਟ ਹੀ ਕਮਾ ਰਹੇ ਆ, ਹੈ ਨਾ। ਤੇ $1,000-$2,000 ਬਹੁਤ ਨਹੀਂ ਹੁੰਦਾ ਹੈ। ਆਪਾਂ ਇੱਥੇ ਇਹੋ ਜਿਹੇ ਵੀ ਬੰਦੇ ਦੇਖੇ ਆ ਜਿਹੜੇ ਰਾਤ ਦਾ $1,000-$2,000 ਲਾ ਦਿੰਦੇ ਨੇ ਹੈ, ਤੇ ਆਪਾਂ ਇੰਡੀਆ ਵੀ ਇਹੋ ਜਿਹੇ ਬੰਦੇ ਦੇਖੇ ਜਿਹੜੇ ਰਾਤ ਦਾ $5,000 ਵੀ ਲਾ ਦਿੰਦੇ ਨੇ, ਰਾਈਟ। ਦ ਕਾਸਟ ਆਫ ਲਿਵਿੰਗ ਐਜ਼ ਕੰਪੇਅਰਡ ਟੂ ਇੰਡੀਆ ਇਟਸ ਵੈਰੀ ਹਾਇਰ ਇਨ ਕੈਨੇਡਾ, as you know, food, lifestyle and everything, bro. Once you have the normal amount of money that you basically need for, you know, for basic needs and everything, ਤਾਂ ਤੁਸੀਂ ਇੰਡੀਆ ਸਰਵਾਈਵ ਕਰ ਸਕਦੇ ਹੋ as compared to the Canadian rules and everything, because ਤੁਸੀਂ ਭਾਈ ਇੱਥੇ ਰਹਿ ਕੇ ਤੁਸੀਂ 30% ਤੁਸੀਂ ਇਨਕਮ ਟੈਕਸ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਬਰੋ ਇੱਥੇ ਰਹਿ ਕੇ ਤੁਸੀਂ ਆਪਣਾ ਰੈਂਟ, ਤੇ ਜੇ ਤੁਸੀਂ ਮਤਲਬ ਤੁਸੀਂ ਨਾਰਮਲੀ ਤੁਸੀਂ ਲਾ ਲਓ, ਜੇ ਤੁਹਾਡੀ ਫੈਮਿਲੀ ਉਹ 5 ਆ, ਰਾਈਟ, ਤਾਂ ਤੁਸੀਂ 5 ਬੰਦੇ ਵਰਕਿੰਗ ਆ ਇੱਥੇ, ਰਾਈਟ। ਉੱਥੇ ਇੱਕ ਬੰਦਾ
5 ਬੰਦਿਆਂ ਨੂੰ ਨਾਰਮਲ ਪਾਲ ਸਕਦਾ, ਰਾਈਟ। ਤੇ ਤੁਸੀਂ ਉਹ ਮਤਲਬ ਉਹ ਤੁਸੀਂ ਦੇਖ ਸਕਦੇ ਹੋ, ਹਾਂ ਉਹ ਤੁਸੀਂ ਦੇਖ ਸਕਦੇ ਹੋ। ਬਟ ਆਪਣੇ ਪੰਜਾਬੀਆਂ ਦਾ ਪਤਾ ਕੀ ਹੈ, ਆਪਣੇ ਪੰਜਾਬੀਆਂ ਦਾ ਨਾ ਉਹ ਮਤਲਬ ਥੋੜਾ ਪੰਪ ਅਪ, ਥੋੜਾ ਕਲਚਰ ਜ਼ਿਆਦਾ, ਥੋੜਾ ਉਹ ਦੋ ਯੰਗ ਐਂਡ ਡੰਡਾ ਦੀ ਫੋਟੋ ਦੇਖ ਕੇ, ਰਾਈਟ। ਟੋਰਾਂਟੋ ਦਾ ਲਾਈਫ ਸਟਾਈਲ ਬਹੁਤ ਹਾਇਰ ਆ ਤੇ ਐਵਰੀਥਿੰਗ, ਹੈ ਨਾ। ਤੇ ਮਤਲਬ ਮੇਰੇ ਹਿਸਾਬ ਨਾਲੋਂ ਇੰਡੀਆ ਦਾ ਮਤਲਬ ਵਧੀਆ ਮਤਲਬ ਲਾਈਫ ਸਟਾਈਲ। ਤੇ ਇੱਥੇ ਦੀ ਮਿਹਨਤ ਜ਼ਿਆਦਾ, ਮਤਲਬ ਉਹੀ ਆ, ਜੇ ਤੁਸੀਂ ਹਾਰਡ ਵਰਕ ਕਰ ਸਕਦੇ ਹੋ ਤਾਂ ਤੁਸੀਂ ਕੈਨੇਡਾ ਹੋ। ਜੇ ਤੁਸੀਂ ਨਹੀਂ ਕਰ ਸਕਦੇ, ਜੇ ਤੁਸੀਂ ਓਨਲੀ ਮਤਲਬ ਹਾਂ ਜੇ ਤੁਸੀਂ ਸਿਰਫ ਸਮਾਰਟ ਵਰਕ ਕਰ ਸਕਦੇ ਹੋ ਤਾਂ ਸਮਾਰਟ ਵਰਕ ਇੱਥੇ ਵੀ ਬਹੁਤ ਆ। ਬਟ ਇੱਥੇ ਨਾ ਓਨਲੀ ਫॉर ਸਰਵਿਸਿਜ਼ ਆ, ਗੁੱਡਸ ਐਂਡ ਸਰਵਿਸਿਜ਼ ਦੇ ਵਿੱਚ ਮਤਲਬ 2 ਪਾਰਟੀਕਲ ਹੁੰਦੇ ਨੇ, ਹੈ ਨਾ। ਹਾਂ ਇੱਥੇ ਤੁਸੀਂ ਮਤਲਬ ਹੈਂਡ ਟੂ ਮਾਊਥ ਆ ਕੰਮ ਸਾਡਾ, ਤੇ ਉਹ ਹੈਂਡ ਟੂ ਮਾਊਥ ਵਾਲੀ ਜੇ ਸਿਚੁਏਸ਼ਨ ਆ ਤਾਂ ਕੋਈ ਫਾਇਦਾ ਨਹੀਂ। ਥੈਂਕ ਯੂ। ਰਾਈਟ, ਥੈਂਕ ਯੂ ਵੈਰੀ ਮਚ। ਕੀ ਨਾਮ ਅੰਕਲ ਜੀ ਤੁਹਾਡਾ? ਪਵਨ ਕੁਮਾਰ। ਕਿੰਨੀ ਦੇਰ ਹੋ ਗਈ ਜੀ ਆਏ ਨੂੰ ਇੱਥੇ? ਹੋਏ ਆਪਣਾ 40 ਦਿਨ ਹੋ ਗਿਆ ਜੀ। ਤੇ ਕੌਣ ਆ ਜੀ ਤੁਹਾਡਾ ਇੱਥੇ? ਬੇਟਾ ਜੀ ਆਪਣਾ। ਤੇ ਉਹਨਾਂ ਨੇ ਬੁਲਾਇਆ ਤੁਹਾਨੂੰ ਸਟੱਡੀ ਪੜ੍ਹਨਾ ਹੈ? ਸਟੱਡੀ ਕਰਨਾ ਹੈ? ਉਹ ਸਟੱਡੀ ਕਰਨ ਆਇਆ ਸੀ ਜੀ। ਤੇ ਕਿੰਨੀ ਕੁ ਦੇਰ ਬਾਅਦ ਆ ਗਏ ਹੋ ਤੁਸੀਂ ਜੀ ਇੱਥੇ? ਅਜੇ ਆਏ 6 ਸਾਲ ਬਾਅਦ ਜੀ। ਤੇ ਕਿੱਦਾਂ ਦਾ ਲੱਗ ਰਿਹਾ? ਅੱਛਾ ਲੱਗ ਰਿਹਾ। ਤੇ ਤੁਸੀਂ ਬੇਸਿਕਲੀ ਟੋਰਾਂਟੋ ਰਹਿੰਦੇ ਹੋ ਕਿ ਬਰੈਂਪਟਨ ਰਹਿੰਦੇ ਹੋ ਜੀ? ਇਹ ਟੋਰਾਂਟੋ ਰਹਿੰਦੇ। ਟੋਰਾਂਟੋ ਰਹਿੰਦੇ ਹੋ। ਤੇ ਕਿੱਦਾਂ ਦੀ ਜਿਹੜੀ ਇਸ ਵੇਲੇ ਜਿਹੜੇ ਸੈਚਰਡੇ ਇੱਥੇ ਬੱਚੇ ਘੁੰਮਦੇ ਨੇ, ਆਪਣਾ ਜਿਵੇਂ ਸਾਰੇ ਹੀ ਘੁੰਮ ਰਹੇ ਆਪਾਂ, ਤੇ ਕਿੱਦਾਂ ਦੀ ਲੱਗਦੀ ਹੈ ਲਾਈਫ ਇੱਥੋਂ ਦੀ ਤੁਹਾਡੇ ਹਿਸਾਬ ਨਾਲ? ਬਸ ਘੁੰਮਣਾ ਤਾਂ ਅੱਛਾ ਲੱਗ ਰਿਹਾ ਜੀ ਆਪਾਂ ਨੂੰ। ਤੇ ਵੈਸੇ ਜੇ ਦੇਖਿਆ ਜਾਵੇ ਜਿਵੇਂ ਘਰੇ ਹੁੰਦੇ ਹੋ, ਬੇਟਾ ਕੰਮ ਤੇ ਚਲੇ ਜਾਂਦਾ ਆਉਂਦਾ, ਉਦੋਂ ਫਿਰ ਕਿੱਦਾਂ ਦਾ ਫੀਲ ਹੁੰਦਾ? ਉਦੋਂ ਵੀ ਹਿੰਦੁਸਤਾਨ ਹੀ ਹੈ ਜੀ ਬੇਟਾ। ਉਹ ਹਿੰਦੁਸਤਾਨ ਹੀ ਹੈ। ਇਹ ਸ਼ੁਕਰ ਹੈ ਕਿ ਬੇਟਾ ਸਾਡਾ ਘਰ ਹੀ ਕੰਮ ਕਰਦਾ, ਤਾਂ ਅਸੀਂ ਇਕੱਠੇ ਰਹਿ ਰਹੇ ਸੀ, ਤਾਂ ਇੰਜੋਏ ਹੋ ਰਿਹਾ ਬਸ। ਨਾਰਮਲੀ ਤੁਸੀਂ ਕੀ ਸੋਚਦੇ ਹੋ ਜੀ, ਜਿਹੜੇ ਬੱਚੇ ਉੱਥੋਂ 12 ਪੜ੍ਹ ਕੇ ਇੱਥੇ ਆਉਂਦੇ ਆ ਜੀ, ਮਾਪੇ 20-25 ਲੱਖ ਰੁਪਏ ਲਾਉਂਦੇ ਆ, ਮੁੜ ਕੇ ਇੱਥੇ ਆ ਕੇ ਕੋਈ ਬੱਚਾ ਐਵੇਂ ਸਟ੍ਰੈਸ ਲੈ ਲੈਂਦਾ ਬਿਨਾਂ ਗੱਲ ਤੋਂ, ਜਾਂ ਦੱਸਦਾ ਨਹੀਂ ਪਿੱਛੇ ਮਾਪਿਆਂ ਨੂੰ, ਜਾਂ ਕਈ ਵਾਰੀ ਕੰਮ ਨਹੀਂ ਮਿਲਦਾ, ਜਾਂ ਪੜ੍ਹਾਈ ਇੰਨੀ ਕੁ ਔਖੀ ਹੋ ਜਾਂਦੀ ਆ, ਉਹ ਆਪਣੇ ਆਪ ਅੰਦਰ ਹੀ ਘੁੱਟਦਾ ਰਹਿੰਦਾ। ਤੁਸੀਂ ਉਹਦੇ ਬਾਰੇ ਕੀ ਕਹੋ? ਨਹੀਂ, ਇਹ ਬੱਚੇ ਕਈ ਇਦਾਂ ਦੇ ਹੁੰਦੇ ਹੈਗੇ ਆ ਕਿ ਜਿਹੜੇ ਕੰਮ ਕਰਕੇ ਰਾਜੀ ਨਹੀਂ ਹੁੰਦੇ ਹੈਗੇ। ਕਈ ਬੰਦੇ ਇਸ ਟਾਈਮ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਪਿਆ ਇਸ ਟਾਈਮ। ਅਤੇ ਕਈ ਬੱਚੇ ਜਿਹੜੇ ਆ ਕਿ ਹੁਣ ਪਤਾ ਕਿ ਹਾਂ ਸਾਨੂੰ ਮਾਂ ਪਿਓ ਨੇ ਕਿਵੇਂ ਭੇਜਿਆ ਹੈਗਾ, ਉਹ ਪੂਰੀ ਮਿਹਨਤ ਕਰ ਰਹੇ ਹੈਗੇ ਆ। ਸਵੇਰੇ ਮਿਲ ਗਿਆ, ਦੁਪਹਿਰੇ ਮਿਲ ਗਿਆ, ਕੋਈ ਕੰਮ ਮਿਲ ਗਿਆ ਕਰ ਲੈਂਦੇ ਹੈਗੇ ਆ। ਕਈ ਬੱਚੇ ਇਹ ਹੁੰਦੇ ਟੈਨਸ਼ਨ ਇਹ ਲੈ ਲੈਂਦੇ ਆ ਕਿ ਅਸੀਂ ਇਹ ਕੰਮ ਨਹੀਂ ਕਰਨਾ, ਉਹ ਕੰਮ ਨਹੀਂ ਕਰਨਾ, ਉਹ ਫਿਰ ਟੈਨਸ਼ਨ ਲੈ ਲੈਂਦੇ ਜ਼ਿਆਦਾ। ਡਿਪੈਂਡ ਉਹਨਾਂ ਦੇ ਮੂਡ ਤੇ ਆ ਜੀ ਆਪਣੇ ਆਪ। ਮੂਡ ਤੇ ਉਹਨੂੰ ਕਹਿ ਦਈਏ। ਉਹ ਜਿਹੜੇ ਬੱਚੇ ਮਾਂ ਪਿਓ ਨੂੰ, ਜਿਹੜੇ ਬੱਚਿਆਂ ਨੂੰ ਪਤਾ ਮਾਂ ਪਿਓ ਨੇ ਸਾਨੂੰ ਕਿਵੇਂ ਭੇਜਿਆ ਹੈਗਾ, ਉਹ ਆਪਣੇ ਆਪ ਹੀ ਜੋਰ ਲਾ ਰਹੇ ਜੀ। ਪਰ ਕਈ ਵਾਰੀ ਕਹਿੰਦੇ ਆ ਨਾ ਬੱਚੇ ਵੀ ਇੱਥੇ ਆ ਜਾਂਦੇ ਆ, ਸਾਡੀ ਮਰਜ਼ੀ ਨਹੀਂ ਸੀ, ਚਲੋ ਅਸੀਂ ਆ ਗਏ, ਪਰ ਹੁਣ ਅਸੀਂ ਕੀ ਕਰੀਏ, ਪਿੱਛੇ ਵੀ ਪੈਸਾ ਲੱਗ ਗਿਆ, ਹੁਣ ਇੱਥੇ ਵੀ ਨਹੀਂ ਅਸੀਂ ਰਹਿ ਸਕਦੇ, ਜਾਂ ਪਿੱਛੋਂ ਪੈਸਾ ਵੀ ਨਹੀਂ ਮੰਗਵਾ ਸਕਦੇ, ਉਹਨੂੰ ਤੁਸੀਂ ਕੀ ਕਹੋ? ਉਹ ਬੱਚਿਆਂ ਨੂੰ ਟੈਨਸ਼ਨ ਹੋ ਜਾਂਦੀ ਆ ਕਿ ਸਾਡੇ ਮਾਂ ਪਿਓ ਵੀ ਕਿਵੇਂ ਲੈ ਕੇ ਭੇਜਿਆ, ਹੁਣ ਕਿਵੇਂ ਪੈਸੇ ਹੋਰ ਦੇਣਗੇ, ਉਹ ਇੱਥੇ ਤਾਂ ਟੈਨਸ਼ਨ ਰਹਿ ਜਾਂਦੇ ਵਿਚਾਰੇ ਉਹ। ਪਰ ਤੁਹਾਡੇ ਹਿਸਾਬ ਨਾਲ ਜਿਹੜਾ ਇੱਥੇ ਭੇਜਣ ਦਾ ਫੈਸਲਾ ਮਾਂ ਪਿਓ ਦਾ ਸਹੀ ਆ ਜੀ? ਸਹੀ ਤਾਂ ਹੈਗਾ ਜੀ। ਉੱਥੇ ਹੁਣ ਕੰਮ ਕਰ ਹੀ ਹੈ ਨਹੀਂ ਉੱਥੇ ਕੋਈ ਵੀ, ਉੱਥੇ ਨਾ ਉੱਥੇ ਨਾ ਕੋਈ ਕੰਮ ਨਾ ਕੋਈ ਕਾਰ, ਉੱਥੇ ਹੈ ਕੀ ਉੱਥੇ? ਤਾਂ ਹੀ ਇੱਕ ਬੱਚੇ ਠੀਕ ਆ ਆਉਂਦੇ ਹੈਗੇ, ਇੱਕ ਬੱਚੇ ਲਾਈ ਲੱਗ ਵੀ ਆ ਰਹੇ, ਜਿਹਨਾਂ ਕੰਮ ਕਰ ਸੈੱਟ ਵੀ ਹੈਗੇ, ਉਹ ਵੀ ਇੱਥੇ ਆਈ ਆ ਰਹੇ ਆ। ਬੱਚੇ ਇੱਕ ਦੂਜੇ ਫੋਨ ਕਰ ਦਿੰਦੇ ਆ ਕਿ ਵੀ ਇੱਥੇ ਬਹੁਤ ਮਜ਼ਾ ਆ ਜੀ, ਰੋਲੇ ਮੇਲੇ ਦਿਖਾ ਦਿੰਦੇ ਅਗਲੇ ਬੱਚਾ ਵੀ ਆ ਜਾਂਦੇ, ਮਾਂ ਪਿਓ ਤੰਗ ਕਰਕੇ ਵੀ ਆ ਜਾਂਦੇ ਆ। ਤੁਹਾਡੇ ਹਿਸਾਬ ਨਾਲ ਉਹ ਬੱਚਾ ਜਿਹੜਾ ਪਿੱਛੋਂ ਮਤਲਬ ਠੀਕ ਠਾਕ ਆ ਘਰੋਂ, ਉਹ ਇੱਥੇ ਆਉਂਦਾ ਉਹਦੇ ਲਈ ਬਹੁਤ ਸੋਹਣਾ, ਪਰ ਜੇ ਕੋਈ ਪਿੱਛੇ ਬਿਜ਼ਨਸ ਸੈੱਟ ਹੈ ਉਹਨੂੰ ਆਉਣ ਦੀ ਲੋੜ ਨਹੀਂ ਹੈ। ਲੋੜ ਨਹੀਂ ਹੈਗੀ ਕਿਤੇ ਨਾ ਕਿਤੇ ਜਿਵੇਂ ਆਪਾਂ ਕਹੀਏ ਵੀ ਜ਼ਿਆਦਾਤਰ ਇੱਕ ਦੂਜੇ ਨੂੰ ਤੁਸੀਂ ਕਹਿੰਦੇ ਵੀ ਦੇਖੋ ਦਿਖਾਈ ਬਹੁਤ ਹੁੰਦੀ, ਦੇਖੋ ਦਿਖਾਈ ਬਹੁਤ ਆਉਂਦੇ ਵੇ ਜੀ, ਪਰ ਜਿਹਨਾਂ ਕੰਮ ਕਰ ਸੈੱਟ ਉਹਨਾਂ ਆਉਣ ਦੀ ਲੋੜ ਨਹੀਂ ਹੈਗੀ ਇੱਥੇ ਤਾਂ। ਉਹਨਾਂ ਉੱਥੇ ਬਹੁਤ ਕੁਛ ਕਰਨ ਵਾਸਤੇ ਤਾਂ। ਤੇ ਜਿਹੜੇ ਆਪਾਂ ਜੇ ਹੁਣ ਇੱਥੇ ਦੇਖਿਆ ਜਾਵੇ, ਹੁਣ ਰਾਤ ਦੇ ਦੇਖੋ ਜੀ, ਆਪਣੇ 1-1:30 ਵਜੇ ਨਾਲ ਆ ਜੀ, 1:30 ਵਜੇ ਵੀ ਲਾਈਫ ਇੱਥੇ ਚੱਲ ਰਹੀ ਆ, ਆਪਣੇ ਵੀ ਉੱਥੇ ਚੱਲਦੀ ਆ। ਇਹ ਨਹੀਂ ਗੱਲ ਵੀ ਆਪਾਂ ਲੁਧਿਆਣੇ ਸ਼ਹਿਰ 'ਚ ਰਹਿੰਦੇ ਆ, ਜੇ ਲੁਧਿਆਣਾ ਐਡਾ ਵੱਡਾ ਸ਼ਹਿਰ ਹੈ, ਤੇ ਤੁਸੀਂ ਜੇ ਆਪਾਂ ਇੱਥੋਂ ਤੇ ਉੱਥੋਂ ਦੀ ਲਾਈਫ ਨੂੰ ਕੰਪੇਅਰ ਕਰਿਆ ਜਾਵੇ, ਤੁਸੀਂ ਕੀ ਮੰਨਦੇ ਹੋ ਵੀ ਕਿਹੜੀ ਲਾਈਫ ਚੰਗੀ ਹੈ? ਇੰਡੀਆ ਇੰਜੋਇਮੈਂਟ ਉੱਥੇ ਹੈ ਜੀ। ਇੱਥੇ ਪੈਸਾ ਜ਼ਰੂਰ ਆ ਪਰ ਇੰਜੋਏ ਨਹੀਂ ਜੀ। ਇਹ ਮੰਨਣਾ ਪਊਗਾ ਜੀ, ਪਰ ਇੱਥੇ ਬੱਚੇ ਅਸੀਂ ਤਾਂ ਇੰਜੋਏ ਕਰ ਰਹੇ ਆਪਾਂ, ਉੱਥੇ ਜੋ ਇੰਜੋਏ ਇੰਡੀਆ 'ਚ ਹੈਗਾ, ਇੰਡੀਆ 'ਚ ਹੀ ਇੰਜੋਏ। ਉੱਥੇ ਇੱਕ ਜਣਾ ਕਮਾਉਂਦਾ ਸਾਰੇ ਖਾਂਦੇ, ਇੱਥੇ ਸਾਰੇ ਕਮਾਉਂਦੇ ਆ, ਖਾਂਦਾ ਕੋਈ ਵੀ ਨਹੀਂ। ਖਾਂਦਾ ਕੋਈ ਨਹੀਂ, ਇੱਥੇ ਸਾਡਾ ਹੀ ਬੱਚਾ ਕਮਾ ਰਿਹਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ, ਓਕੇ ਜੀ, ਮਿਹਰਬਾਨੀ।
ਸੋ ਤੁਸੀਂ ਦੇਖਿਆ ਵੀ ਜਿਸ ਤਰ੍ਹਾਂ ਨੌਜਵਾਨ ਨੇ ਕਿਹਾ ਵੀ ਇੱਕ ਸਿੱਕੇ ਦੇ ਦੋ ਪਹਿਲੂ ਨੇ। ਜੇ ਆਪਾਂ ਕਹੀਏ ਵੀ 12ਵੀਂ ਕਰਕੇ ਕੋਈ ਬੱਚਾ ਇੱਥੇ 12th ਗ੍ਰੇਡ ਕਰਕੇ ਇੱਥੇ ਬੱਚਾ ਆਉਂਦਾ ਛੋਟੀ ਉਮਰੇ ਆ ਜਾਂਦਾ, ਉਹਨੂੰ ਨਹੀਂ ਆਉਣਾ ਚਾਹੀਦਾ। ਪਰ ਦੂਜੇ ਪਾਸੇ ਜੇ ਦੇਖਿਆ ਜਾਵੇ, ਜਿਵੇਂ ਉਹਨਾਂ ਨੇ ਕਿਹਾ ਵੀ ਜੇ ਛੋਟੀ ਉਮਰੇ ਕੋਈ ਇੱਥੇ ਆ ਜਾਂਦਾ ਉਹਦੇ ਲਈ ਓਪਰਚੁਨਿਟੀਜ਼ ਬਹੁਤ ਨੇ, ਕਿਉਂਕਿ ਉਹ ਛੇਤੀ ਸਟੱਡੀ ਪੂਰੀ ਕਰ ਲੈਂਦਾ, ਛੇਤੀ PR ਲੈ ਲੈਂਦਾ, ਉਹਦੇ ਲਈ ਫਿਰ ਅੱਗੇ ਜਿਹੜੀ ਲਾਈਫ ਆ ਬੜੀ ਵਧੀਆ ਹੋ ਜਾਂਦੀ ਆ। ਪਰ ਜੇ ਇਹੀ ਦੂਜੇ ਪਾਸੇ ਦੇਖਿਆ ਜਾਵੇ ਵੀ ਜੇ ਕੋਈ ਆਪਾਂ ਪਿੱਛੋਂ ਛੋਟਾ ਬੱਚਾ ਇੱਥੇ ਆ ਜਾਂਦਾ 12ਵੀਂ 12th ਗ੍ਰੇਡ ਕਰਕੇ, ਪਰ ਉਹ ਕਿਤੇ ਗਿਆ ਨਹੀਂ ਹੁੰਦਾ, ਸਡਨਲੀ ਆਪਾਂ 7 ਸਮੁੰਦਰ ਉਹਨੂੰ ਪਾਰ ਭੇਜ ਦਿੰਨੇ ਆ, ਪਰ ਉਹ ਕਿਤੇ ਨਾ ਕਿਤੇ ਇੱਥੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ। ਇਹ ਤਾਂ ਹੁਣ ਆਪਾਂ ਦੇਖਣਾ ਵੀ ਲਾਈਫ ਨੂੰ ਈਜ਼ੀ ਲੈਣਾ ਹੈ ਕਿ ਸਟ੍ਰੈਸਫੁਲ ਰੱਖਣਾ ਵਾ, ਕਿਉਂਕਿ ਸਿੱਕੇ ਦੇ ਦੋ ਪਹਿਲੂ ਆ। ਓਪਰਚੁਨਿਟੀ ਤੁਹਾਡੇ ਕੋਲ ਆ, ਤੁਸੀਂ ਕਿਹੜੀ ਲੈਣੀ ਆ ਤੁਹਾਡੇ ਤੇ ਡਿਪੈਂਡ ਆ। ਸੋ ਕੈਮਰਾਮੈਨ ਅਨਮੋਲ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਟੋਰਾਂਟੋ, ਕੈਨੇਡਾ।